ਸਤਨਾਮ। ਵਾਹਿਗੁਰੂ ਸਾਹਿਬ ਜੀਓ। ਤਨਾਸਰੇ ਮਹੱਲਾ ਤੀਜਾ। ਘਰ ਦੂਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ। ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ। ਇਹ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ। ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰ ਪੂਰੈ ਹਰ ਧਨ ਪ੍ਰਗਾਸਿਆ। ਹਰ ਕਿਰਪਾ ਤੇ ਵਸੈ ਮਨ ਆਏ। ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ। ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ। ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ। ਦੁਬਦਾ ਮਾਰ ਹਰ ਮਨ ਵਸਾਈ। ਨਾਮ ਅਮੋਲਕ ਨਾ ਪਾਇਆ ਜਾਏ। ਗੁਰ ਪ੍ਰਸਾਦ ਵਸੈ ਮਨ ਆਏ। ਸਭ ਮਹਿ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਸਭ ਮਹਿ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਉਹ ਪਾਵਨ ਦਿਹਾੜਾ ਜਿਸ ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਇਸ ਸਥਾਨ ਤੇ ਆਪਣੇ ਪਾਵਨ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਏ। ਤਾਲ ਵਿੱਚ ਆਪਣੇ ਚਰਨ ਪਾ ਕੇ ਉਸ ਦੇ ਜਲ ਨੂੰ ਅੰਮ੍ਰਿਤ ਮਾਨਿੰਦ ਕਰ ਦਿੱਤਾ। ਪੰਚਮੀ ਦਾ ਦਿਹਾੜਾ, ਬਸੰਤ ਪੰਚਮੀ ਦਾ ਦਿਹਾੜਾ, ਉਹ ਪਰਸੋਂ 16 ਤਰੀਕ ਨੂੰ ਆ ਰਿਹਾ ਹੈ। ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਉਸ ਦਿਹਾੜੇ ਨੂੰ ਮਨਾਉਣਾ ਹੈ।
ਨੌਵੇਂ ਪਾਤਸ਼ਾਹ ਨੂੰ ਚੇਤੇ ਕਰਦਿਆਂ ਆਪਣੀਆਂ ਹਾਜ਼ਰੀਆਂ ਪਰਿਵਾਰਾਂ ਸਮੇਤ ਗੁਰੂ ਚਰਨਾਂ 'ਚ ਭਰਨੀਆਂ ਹਨ। ਕੱਲ ਤੋਂ ਹੀ ਦੀਵਾਨ ਪ੍ਰਾਰੰਭ ਹੋ ਜਾਣਗੇ। ਨਿਰੰਤਰ ਲਗਾਤਾਰ ਸਾਰੀ ਰਾਤ ਹਰੀ ਜਸ ਹੋਵੇਗਾ। 16 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਆਰੰਭਤਾ ਹੋ ਕੇ ਰਾਤ 11 ਵਜੇ ਤੱਕ ਇਹ ਲਗਾਤਾਰ ਨਿਰੰਤਰ ਸਮਾਗਮ 16 ਤਰੀਕ ਨੂੰ ਸਜਣਗੇ। ਸਾਹਿਬ ਨੌਵੇਂ ਪਾਤਸ਼ਾਹ ਦੇ ਬਚਨ ਹਨ, ਜਿਹੜਾ ਮਾਈ ਭਾਈ ਬਸੰਤ ਪੰਚਮੀ ਵਾਲੇ ਦਿਨ ਇਸ ਪਾਵਨ ਸਰੋਵਰ 'ਚ ਆ ਕੇ ਇਸ਼ਨਾਨ ਕਰੇਗਾ, ਉਸ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋਵੇਗਾ। ਗਰੀਬ ਨਵਾਜ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ ਹੈ ਕਿ ਸਾਨੂੰ ਆਪਣੀ ਹਜ਼ੂਰੀ 'ਚ ਆਪਣੀ ਨਿੱਘੀ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਦਾਨ ਕੀਤਾ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਉਪਰੰਤ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਪਵਿੱਤਰ ਸ੍ਰੀ ਮੁਖਵਾਕ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰਨੇ ਹਨ। ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਤਨਾਸਰੇ ਮਹਲਾ ਤੀਜਾ। ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਤਨਾਸਰੀ ਹੈ ਔਰ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਘਰ ਦੂਜੇ ਵਿੱਚ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ ਔਰ ਇਸ ਪਵਿੱਤਰ ਪਾਵਨ ਸ਼ਬਦ ਦੇ 4 ਪਦੇ ਹਨ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤਿੰਨਾਂ ਕਾਲਾਂ ਵਿੱਚ ਸਤ ਹੈ, ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਇਹ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ। ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਜਿਹੜਾ ਨਾਮ ਧਨ ਹੈ ਇਹ ਅਖੁੱਟ ਹੈ, ਇਹਦੇ ਚ ਕਮੀ ਨਹੀਂ ਆਉਂਦੀ, ਇਹ ਨਖੁੱਟਦਾ ਨਹੀਂ ਹੈ, ਮੁੱਕਦਾ ਨਹੀਂ ਹੈ। ਦੁਨੀਆ ਦੇ ਧਨ ਦੇ ਭਾਵੇਂ ਬੜੇ ਵੱਡੇ ਅੰਬਾਰ ਲੱਗੇ ਹੋਣ, ਅਖੀਰ ਵੰਡਦਿਆਂ ਮੁੱਕ ਜਾਂਦੇ ਆ। ਵੱਡੇ ਵੱਡੇ ਪੂੰਜੀਪਤੀ ਵੀ ਕਈ ਵਾਰ ਰੋਡਾਂ ਤੇ ਆ ਜਾਂਦੇ ਹਨ, ਪਰ ਆ ਜਿਹੜਾ ਨਾਮ ਧਨ ਦਾ ਖਜ਼ਾਨਾ ਹੈ ਇਹ ਅਖੁੱਟ ਹੈ, ਇਹਦੇ ਚ ਟੋਟਾ ਨਹੀਂ ਆਉਣਾ। ਔਰ ਜਿਸ ਨੇ ਜਪਿਆ ਉਹਨੂੰ ਇਹ ਛੱਡ ਕੇ ਵੀ ਨਹੀਂ ਜਾਂਦਾ, ਨਾ ਜਾਏ। ਤੁਸੀਂ ਜਪਦੇ ਹੋ, ਤੁਸੀਂ ਆਰਾਧਦੇ ਹੋ, ਤੁਸੀਂ ਧਿਆਉਂਦੇ ਹੋ, ਤੁਸੀਂ ਇਸ ਦੀ ਸਮੀਪਤਾ ਨੂੰ ਮਾਣੋ, ਇਹ ਕਦੇ ਛੱਡ ਕੇ ਨਹੀਂ ਜਾਂਦਾ। ਇੱਕ ਵਾਰ ਵੀ ਜਪਿਆ ਹੋਇਆ, ਕਿਹਾ ਹੋਇਆ ਵਾਹਿਗੁਰੂ, ਉਹ ਸਾਡੇ ਹਿਰਦੇ ਰੂਪੀ ਉਸ ਵਿਸ਼ਾਲ ਭੰਡਾਰੇ ਦੇ ਵਿੱਚ ਜਿੱਥੇ ਬਹੁਤ ਕੁਝ ਭਰਿਆ ਹੋਇਆ ਉੱਥੇ ਉਹ ਜਮਾ ਹੋ ਜਾਂਦਾ, ਉਹਦੀ ਛਾਪ ਉੱਥੇ ਬਣ ਜਾਂਦੀ ਹੈ। ਬਾਕੀ ਸਭ ਕੁਝ ਚਲਾ ਜਾਏਗਾ ਪਰ ਉਹ ਨਹੀਂ ਜਾਏਗਾ। ਇਹ ਐਸੀ ਬਰਕਤ ਵਾਲਾ ਹੈ। ਹਾਂਜੀ।
ਪੂਰੇ ਸਤਿਗੁਰ ਦੀਆ ਦਿਖਾਏ। ਇਹ ਜਿਹੜਾ ਨਾਮ ਧਨ ਦਾ ਖਜ਼ਾਨਾ ਹੈ, ਇਹ ਪੂਰੇ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਵਿਖਾਇਆ। ਪੂਰੇ ਗੁਰੂ ਨੇ ਤਰਸ ਕੀਤਾ, ਦਇਆ ਕੀਤੀ ਤੇ ਸਾਨੂੰ ਇਹਦੇ ਦਰਸ਼ਨ ਕਰਾਏ। ਹਾਂਜੀ, ਆਪਣੇ ਸਤਿਗੁਰ ਕੋ ਸਤ ਬਲ ਜਾਈ। ਤੇ ਜਿਹੜੇ ਸਤਿਗੁਰਾਂ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਇਹ ਨਾਮ ਧਨ ਦਾ ਖਜ਼ਾਨਾ ਵਿਖਾਇਆ ਹੈ, ਅਸੀਂ ਆਪਣੇ ਐਸੇ ਸਤਿਗੁਰਾਂ ਤੋਂ ਸਦਾ ਲਈ ਬਲਿਹਾਰ ਜਾਂਦੇ ਹਾਂ। ਆਪਣੇ ਸਤਿਗੁਰ ਕਉ ਸਦ ਬਲ ਜਾਈ, ਆਪਣੇ ਸਤਿਗੁਰਾਂ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ। ਜਿਸ ਗੁਰੂ ਬਾਬਤ ਸਾਡੇ ਪਾਸ ਸਿਫਤ ਦਾ ਕੋਈ ਵੀ ਸ਼ਬਦ ਨਾ ਹੋਵੇ ਕਿ ਜਿਨ੍ਹਾਂ ਸ਼ਬਦਾਂ ਵਿੱਚ ਆਪਣੇ ਗੁਰੂ ਦੀਆਂ ਸਿਫਤਾਂ ਕਰ ਸਕੀਏ, ਅਖੀਰ ਵਿੱਚ ਜਾ ਕੇ ਫਿਰ ਇਹੀ ਅਵਸਥਾ ਬਣਦੀ ਹੈ, ਮਹਾਰਾਜ ਤੁਹਾਡੇ ਤੋਂ ਬਲਿਹਾਰ ਜਾਂਦੇ, ਤੁਹਾਡੇ ਤੋਂ ਵਾਰੇ ਵਾਰੇ ਜਾਂਦੇ। ਐਸੇ ਗੁਰ ਕੋ ਬਲ ਬਲ ਜਾਈਐ, 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 ਐਸੇ ਗੁਰ ਕੋ ਬਲ ਬਲ ਜਾਈਐ। ਐਸੇ ਗੁਰੂ ਤੋਂ ਬਲਿਹਾਰ ਜਾਈਏ, ਸਦਾ ਵਾਰੇ ਵਾਰੇ ਜਾਈਏ। ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਦੀ ਕਿਰਪਾ ਨਾਲ ਹੀ ਅਸੀਂ ਹਰੀ ਨੂੰ ਆਪਣੇ ਮਨ 'ਚ ਵਸਾਇਆ। ਗੁਰੂ ਦੀ ਕਿਰਪਾ ਨਾਲ ਮਨ 'ਚ ਵਸਾਉਣ ਦਾ ਮਤਲਬ ਇੱਥੇ ਏਦਾਂ ਪ੍ਰਤੀਤ ਹੁੰਦਾ ਕਿ ਪੂਰੇ ਗੁਰੂ ਦੀ ਕਿਰਪਾ ਸਦਕਾ ਸਾਡੇ ਹਿਰਦੇ ਵਿੱਚ ਉਹਦਾ ਸਾਖਸ਼ਾਤਕਾਰ ਹੋਇਆ। ਵਸਦਾ ਤਾਂ ਪਹਿਲਾਂ ਵੀ ਸੀ ਮਨ ਵਿੱਚ, ਪਰ ਉਹ ਪ੍ਰਗਟ ਹੋ ਗਿਆ। ਉਹਨੂੰ ਕਹਿੰਦੇ ਆ ਸਾਖਸ਼ਾਤਕਾਰ ਹੋਣਾ, ਔਰ ਉਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਅਸੀਂ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਸੇ ਧਨਵੰਤ ਹਰ ਨਾਮ ਲਿਵ ਲਾਏ। ਉਹ ਧਨਵਾਨ ਹਨ। ਧਨਵੰਤ ਦਾ ਮਤਲਬ ਧਨਵਾਨ ਨੇ, ਧਨ ਵਾਲੇ ਨੇ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਆਪਣੀ ਲਿਵ ਲਾਈ। ਉਹ ਧਨਵਾਨ ਨੇ। ਸਭ ਤੋਂ ਵੱਡੇ ਭਾਗਾਂ ਵਾਲੇ ਹਨ ਉਹ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਆਪਣੀ ਲਿਵ ਲਾਈ ਹੈ। ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਸਾਡੇ ਅੰਦਰ ਹਰੀ ਪਰਮੇਸ਼ਰ ਦੇ ਨਾਮ ਧਨ ਦਾ ਪ੍ਰਕਾਸ਼ ਕੀਤਾ। ਖਾਲਸਾ ਜੀ, ਇਹ ਨਾਮ ਵੀ ਪ੍ਰਕਾਸ਼ ਕਰਦਾ ਹੈ। ਆਪਾਂ ਜਦੋਂ ਪ੍ਰਕਾਸ਼ ਦੀ ਗੱਲ ਕਰਦੇ ਹਾਂ ਤੇ ਸਾਡਾ ਧਿਆਨ ਆ ਪ੍ਰਕਾਸ਼ ਵੱਲ ਚਲਿਆ ਜਾਂਦਾ ਜੋ ਸਾਡੇ ਬਾਹਰ ਹੈ। ਇਹਦੇ ਵਿੱਚ ਕਿੱਥੇ ਕੀ ਪਿਆ ਹੋਇਆ ਹੈ, ਕਿੱਥੇ ਕੌਣ ਆ ਰਿਹਾ ਹੈ, ਪ੍ਰਕਾਸ਼ ਵਿੱਚ ਅਸੀਂ ਸਭ ਕੁਝ ਵੇਖ ਸਕਦੇ ਹਾਂ। ਪਰ ਜਦੋਂ ਨਾਮ ਦੇ ਪ੍ਰਕਾਸ਼ ਦੀ ਗੱਲ ਹੁੰਦੀ ਹੈ ਤਾਂ ਉਹ ਪ੍ਰਕਾਸ਼ ਏਦਾਂ ਦਾ ਨਹੀਂ ਹੈ। ਉਦਾਂ ਕਹਿਣਾ ਪ੍ਰਕਾਸ਼ ਪੈਂਦਾ ਸਮਝਣ ਲਈ, ਪਰ ਉਹ ਪ੍ਰਕਾਸ਼ ਐਸਾ ਨਹੀਂ ਹੈ। ਸਮਝਣ ਵਾਸਤੇ ਕਹਿਣਾ ਪੈਂਦਾ ਵੀ ਉੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਇੱਕ ਸੂਰਜ ਦਾ ਪ੍ਰਕਾਸ਼ ਵੀ ਸਾਡੀਆਂ ਅੱਖਾਂ ਚੋਂ ਦੇ ਆ ਜਾਂਦੀਆਂ ਨੇ, ਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਇਹਦਾ ਮਤਲਬ ਹੁੰਦਾ ਵੀ ਸਮਝ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ, ਮੈਂ ਕੀ ਹਾਂ, ਬਸ ਉਹੀ ਪ੍ਰਕਾਸ਼। ਜਾਣਕਾਰੀ ਹੋ ਜਾਂਦੀ ਹੈ।
ਗੁਰੂ ਪਾਤਸ਼ਾਹ ਬੁਝਾ ਦਿੰਦੇ ਹਨ, ਜਣਾ ਦਿੰਦੇ ਹਨ। ਗੁਰਾ ਇੱਕ ਦੇਹ ਬੁਝਾਈ। ਗੁਰੂ ਸਾਹਿਬ ਇੱਕ ਬੁਝਾ ਦਿੰਦੇ ਨੇ, ਜਣਾ ਦਿੰਦੇ ਨੇ, ਇੱਕ ਦਾ ਗਿਆਨ ਕਰਾ ਦਿੰਦੇ ਨੇ। ਜਿਸ ਵਕਤ ਸਤਿਗੁਰੂ ਜੀ ਨੇ ਤਰਸ ਕਰਕੇ ਸਾਡੇ ਅੰਦਰ ਨਾਮ ਧਨ ਦਾ ਪ੍ਰਕਾਸ਼ ਕੀਤਾ, ਫਿਰ ਹਰੀ ਦੀ ਕਿਰਪਾ ਨਾਲ ਉਹ ਵਾਹਿਗੁਰੂ ਸਾਡੇ ਮਨ ਵਿੱਚ ਆ ਕੇ ਵਸ ਗਿਆ। ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ। ਸਾਡੇ ਔਗਣਾਂ ਨੂੰ ਕੱਟ ਕੇ ਗੁਰੂ ਨੇ ਕੀ ਕੀਤਾ? ਸਾਡੇ ਔਗਣ ਕੱਟੇ, ਸਾਡੀਆਂ ਖਾਮੀਆਂ ਸਾਡੇ ਤੋਂ ਦੂਰ ਕੀਤੀਆਂ। ਇੱਕ ਨਗਰ ਦੇ ਦੋ ਮੁਖੀਏ ਸਨ, ਚੌਧਰੀ ਕਹਿ ਸਕਦੇ ਹਾਂ। ਉਹਨਾਂ ਵੇਲਿਆਂ 'ਚ ਪੰਚ ਹੁੰਦੇ ਸੀ, ਚੌਧਰੀ ਹੁੰਦੇ ਸੀ, ਜੋ ਨਗਰ ਦੇ ਲੋਕਾਂ ਦੀਆਂ ਫਰਿਆਦਾਂ ਸੁਣਦੀਆਂ, ਉਹਨਾਂ ਦੇ ਦੁੱਖ ਸੁੱਖ ਸੁਣ ਕੇ ਪੰਚਾਇਤਾਂ ਵਿੱਚ ਉਹਨਾਂ ਦੇ ਫੈਸਲੇ ਕਰਨੇ। ਉਹ ਗੁਰੂ ਅਰਜਨ ਸਾਹਿਬ ਕੋਲ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਆਣ ਕੇ ਬੇਨਤੀ ਕੀਤੀ, ਸਤਿਗੁਰੂ ਜੀ ਸਾਡਾ ਭਲਾ ਕਰੋ। ਮਹਾਰਾਜ ਜੀ ਕਹਿੰਦੇ ਝੂਠ ਬੋਲਣਾ ਛੱਡ ਦਿਓ। ਕਹਿਣ ਲੱਗੇ ਮਹਾਰਾਜ ਅਸੀਂ ਸਾਰਾ ਦਿਨ ਰਾਜਨੀਤੀ 'ਚ ਰਹਿੰਦੇ ਆ, ਪੰਚਾਇਤਾਂ 'ਚ ਰਹਿੰਦੇ ਆ, ਸਾਨੂੰ ਤਾਂ ਝੂਠ ਬੋਲਣਾ ਪੈਂਦਾ, ਮਜਬੂਰੀ ਹੈ। ਝੂਠ ਨਾ ਬੋਲੀਏ ਲੋਕ ਫੈਸਲਾ ਨਹੀਂ ਕਰਦੇ। ਪਾਤਸ਼ਾਹ ਕਹਿਣ ਲੱਗੇ ਭਾਈ ਚਲੋ ਏਦਾਂ ਕਰੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਝੂਠ ਬੋਲਦੇ ਹੋ ਨਾ ਉਹ ਲਿਖ ਲਿਆ ਕਰੋ, ਸ਼ਾਮ ਤੱਕ ਵੀ ਕਿੰਨੇ ਝੂਠ ਬੋਲੇ ਨੇ। ਕਹਿਣ ਲੱਗੇ ਜੀ ਇਹ ਤਾਂ ਠੀਕ ਹੈ। ਕਹਿੰਦੇ ਫਿਰ ਏਦਾਂ ਕਰਨਾ, ਸ਼ਾਮ ਨੂੰ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਵਿੱਚ ਦੱਸਣਾ ਵੀ ਅੱਜ ਸਵੇਰ ਤੋਂ ਲੈ ਕੇ ਇੰਨੇ ਝੂਠ ਬੋਲੇ। ਜਦੋਂ ਮਹੀਨੇ ਦੇ ਸਾਰੇ ਝੂਠ ਗਿਣੇ ਜਾਣਗੇ ਫਿਰ ਸਾਡੇ ਕੋਲ ਆ ਕੇ ਦੱਸਣਾ। ਕਹਿੰਦੇ ਜੀ ਠੀਕ ਹੈ। 7 ਬਚੜੀਆਂ ਸਿੱਖ ਸਨ, ਅੱਜ ਵਾਂਗੂ ਨਹੀਂ ਸੀ ਸਿਰ ਡਾਣ ਵਾਲੇ। ਨਾ ਜੀ ਸਾਡੀ ਤੇ ਰਾਜਨੀਤੀ ਨਹੀਂ ਚੱਲਣੀ ਝੂਠ ਬਿਨਾ। ਇਹ ਗਏ, ਪਹਿਲੇ ਦਿਨ ਜਿੰਨੇ ਝੂਠ ਬੋਲੇ ਸ਼ਾਮ ਨੂੰ ਲਿਖੇ, ਤੇ ਜਦੋਂ ਸੰਗਤ ਵਿੱਚ ਜਾ ਕੇ ਸੁਣਾਉਣ ਲੱਗੇ ਸ਼ਰਮ ਆਵੇ ਵੀ ਸਾਰੇ ਦਿਨ ਇੰਨੇ ਝੂਠ ਬੋਲੇ। ਅਗਲੇ ਦਿਨ ਜਦੋਂ ਝੂਠ ਬੋਲਿਆ ਕਰਨ ਤਾਂ ਪਹਿਲਾਂ ਹੀ ਸੋਚ ਲਿਆ ਕਰਨ ਵੀ ਲਿਖਣਾ ਪੈਣਾ। ਅਗਲੇ ਦਿਨ ਘਟ ਗਏ, ਤੀਜੇ ਦਿਨ ਹੋਰ ਘਟ ਗਏ, ਚੌਥੇ ਦਿਨ ਹੋਰ ਘਟ ਗਏ। 1 ਮਹੀਨੇ ਭਰ ਦੇ ਝੂਠ ਜਿੰਨੇ ਹੋਏ ਗੁਰੂ ਸਾਹਿਬ ਨੂੰ ਦੱਸੇ। ਫਿਰ ਅਗਲੇ ਮਹੀਨੇ ਤੱਕ ਅਖੀਰ ਨੂੰ ਉਹ ਦਿਨ ਆ ਗਿਆ ਜਿਸ ਦਿਨ ਇਹਨਾਂ ਇੱਕ ਵੀ ਝੂਠ ਨਹੀਂ ਬੋਲਿਆ। ਇਹ ਗੁਰਦੇਵ ਨੇ ਜੁਗਤੀ ਦੱਸੀ। ਜਦੋਂ ਬੰਦਾ ਕਹਿੰਦਾ ਨਾ ਜੀ ਮੈਨੂੰ ਆਦਤ ਹੈ ਇਸ ਮਾੜੇ ਔਗਣ ਦੀ, ਤਾਂ ਕੋਈ ਵੀ ਆਦਤ ਹੈ ਉਹ ਛੱਡੀ ਵੀ ਜਾ ਸਕਦੀ ਹੈ ਜੇ ਉਹਦਾ ਅਭਿਆਸ ਕੀਤਾ ਜਾਏ। ਗੁਰੂ ਪਾਤਸ਼ਾਹ ਏਦਾਂ ਸਾਡੇ ਔਗਣਾਂ ਨੂੰ ਕੱਢਦੇ ਆ ਸਾਡੇ ਅੰਦਰੋਂ, ਔਰ ਜਦੋਂ ਔਗਣ ਕੱਢਦੇ ਨੇ ਫਿਰ ਗੁਣਾਂ ਨੂੰ ਹਿਰਦੇ 'ਚ ਵਸਾਉਂਦੇ ਆ। ਲੋਭ ਕੱਢ ਕੇ ਸੰਤੋਖ ਦਿੰਦੇ ਨੇ, ਕਾਮ ਕੱਢ ਕੇ ਹਿਰਦੇ 'ਚ ਵਸਤੂ ਵਿਚਾਰ ਦੀ ਦਾਤ ਬਖਸ਼ਦੇ ਨੇ, ਕ੍ਰੋਧ ਦਾ ਨਿਵਾਰਨ ਕਰਕੇ ਦਇਆ ਬਖਸ਼ਦੇ ਨੇ, ਕਰੁਣਾ ਪ੍ਰਦਾਨ ਕਰਦੇ ਨੇ, ਈਰਖਾ ਤੇ ਰਾਗ ਦਵੇਸ਼ ਦੀ ਬਿਰਤੀ ਨੂੰ ਕੱਢ ਕੇ ਸਮਾਨਤਾ ਦੀ ਬਿਰਤੀ ਦਿੰਦੇ ਨੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਸਾਡੇ ਅੰਦਰੋਂ ਅਵਗੁਣਾਂ ਨੂੰ ਕੱਟ ਕੇ ਗੁਣ ਹਿਰਦੈ ਸਮਾਏ, ਸਾਡੇ ਹਿਰਦੇ ਵਿੱਚ ਜਿਹੜੇ ਸ਼ੁਭ ਗੁਣ ਨੇ
ਉਹਨਾਂ ਨੂੰ ਸਮਾਉਂਦੇ ਹਨ। ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰੂ ਪਾਸੋਂ ਸੁਤੇ ਸਿੱਧ ਸੁਭਾਵਕ ਹੀ ਇਹ ਦਾਤ ਮਿਲਦੀ ਹੈ। ਔਗਣ ਦੂਰ ਹੁੰਦੇ ਨੇ, ਗੁਣ ਹਿਰਦੇ 'ਚ ਵਸਦੇ ਨੇ। ਜਿਵੇਂ ਜਿਵੇਂ ਤੁਸੀਂ ਪੂਰੇ ਗੁਰੂ ਦੀ ਸੰਗਤ ਕਰੋਗੇ, ਸਤਿਗੁਰਾਂ ਦੀ ਸੰਗਤ ਦਾ ਇਹ ਫਲ ਹੈ। ਸੁਤੇ ਸਿੱਧ ਸੁਭਾਵਕ ਹੀ ਔਗਣ ਛੁੱਟਦੇ ਚਲੇ ਜਾਂਦੇ ਨੇ, ਗੁਣ ਹਿਰਦੇ 'ਚ ਆਈ ਜਾਂਦੇ ਨੇ। ਸੁਤੇ ਸਿੱਧ। ਹਾਂਜੀ। ਪੂਰੇ ਗੁਰ ਕੀ ਸਾਚੀ ਬਾਣੀ। ਸਾਡੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ, ਪੂਰੇ ਗੁਰੂ ਦੀ, ਇਹ ਸੱਚੀ ਬਾਣੀ, ਇਹ ਸੱਚ ਹੈ। ਸੱਚੇ ਸਤਿਗੁਰਾਂ ਦੇ ਮੁਖ ਤੋਂ ਉਚਰਿਆ ਹੋਇਆ ਸੱਚ ਹੈ। ਸਤਿਗੁਰਾਂ ਦੀ ਬਾਣੀ ਬਿਨਾਂ ਦੁਨੀਆ ਦੀਆਂ ਜਿੰਨੇ ਲੋਕਾਂ ਦੀਆਂ ਬਾਣੀਆਂ ਨੇ ਉਹ ਕੱਚੀਆਂ ਨੇ। ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਗੁਰੂ ਤੋਂ ਬਿਨਾਂ ਸਾਰੀਆਂ ਬਾਣੀਆਂ ਕੱਚੀਆਂ ਨੇ। ਸਤਿਗੁਰਾਂ ਦੀ ਬਾਣੀ ਸੱਚੀ ਬਾਣੀ ਹੈ। ਇਸ ਕਰਕੇ ਗੁਰਦੇਵ ਸਾਨੂੰ ਹੁਕਮ ਕਰਦੇ ਨੇ, ਗਾਵੋ ਸੱਚੀ ਬਾਣੀ, 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 ਗਾਵੋ ਸੱਚੀ ਬਾਣੀ। ਸਤਿਗੁਰਾਂ ਦੀ ਬਾਣੀ ਸੱਚੀ ਹੈ। ਹਾਂਜੀ। ਸੁਖ ਮਨ ਅੰਤਰ ਸਹਿਜ ਸੁਮਾਣੀ। ਇਹ ਮਨ ਅੰਦਰ ਸੁਖ ਦੇਣ ਵਾਲੀ ਹੈ। ਔਰ ਸਤਿਗੁਰਾਂ ਦੀ ਇਹ ਸੱਚੀ ਬਾਣੀ ਜਿੱਥੇ ਮਨ ਅੰਦਰ ਸੁਖ ਦਿੰਦੀ ਹੈ, ਉੱਥੇ ਇਸ ਬਾਣੀ ਦੁਆਰਾ ਗਿਆਨ 'ਚ ਸਮਾਈ ਹੁੰਦੀ। ਸਹਿਜ ਸਮਾਣੀ। ਸਹਿਜ ਦਾ ਅਰਥ ਹੈ ਗਿਆਨ। ਗਿਆਨ ਦੇ ਵਿੱਚ ਇਸ ਪਾਵਨ ਬਾਣੀ ਦੁਆਰਾ ਸਮਾਈ ਹੁੰਦੀ ਹੈ। ਏਕ ਅਚਰਜ ਜਨ ਦੇਖੋ ਭਾਈ। ਇੱਕ ਹੈਰਾਨੀ ਵੇਖੋ, ਏਕ ਅਚਰਜ ਜਨ ਦੇਖੋ ਭਾਈ। ਕੈਸਾ ਅਚਰਜ ਹੈ, ਕੈਸੀ ਹੈਰਾਨੀ ਦੀ ਬਾਤ ਹੈ। ਵੇਖੋ ਭਾਈ, ਧਿਆਨ ਨਾਲ ਵੇਖੋ, ਇਹ ਕੈਸਾ ਅਚਰਜ ਹੈ। ਦੁਬਦਾ ਮਾਰ ਹਰ ਮਨ ਵਸਾਈ। ਕਿ ਦੁਬਦਾ ਨੂੰ ਮਾਰ ਕੇ ਹਰੀ ਮਨ 'ਚ ਵਸਾਇਆ ਜਾਂਦਾ ਹੈ। ਇਹ ਅਚਰਜ ਹੈ। ਜਿੱਥੇ ਦੁਬਦਾ ਹੈ ਉੱਥੇ ਹਰੀ ਨਹੀਂ। ਜਿੱਥੇ ਦੁਬਦਾ ਉੱਥੇ ਦੁਨੀਆ ਦਾ ਕੋਈ ਰਿਸ਼ਤਾ ਨਹੀਂ ਹੈ। ਜਿੱਥੇ ਦੁਬਦਾ ਉੱਥੇ ਮਿੱਤਰਤਾ ਹੀ ਨਹੀਂ ਹੈ। ਜਿੱਥੇ ਦੁਬਦਾ ਹੈ ਉੱਥੇ ਭਰਾ ਭਰਾ ਨਹੀਂ ਹੁੰਦੇ। ਜਿੱਥੇ ਦੁਬਦਾ ਹੈ ਉੱਥੇ ਪਿਓ ਪੁੱਤਰ ਨਹੀਂ ਹੁੰਦੇ। ਦੁਬਦਾ ਦੁਬਦਾ ਹੈ ਉੱਥੇ ਪਤੀ ਤੇ ਪਤਨੀ ਨਹੀਂ ਹਨ। ਜਿੱਥੇ ਦੁਬਦਾ ਹੈ, ਤੇ ਜਿੱਥੇ ਦੁਬਦਾ ਉੱਥੇ ਰੱਬ ਵੀ ਨਹੀਂ ਹੈ। ਜੇ ਦੁਨੀਆ ਦੇ ਸਾਖ ਸੰਬੰਧ ਰਿਸ਼ਤੇ ਦੁਬਦਾ ਵਿੱਚ ਨਹੀਂ ਹੁੰਦੇ ਤਾਂ ਫਿਰ ਪ੍ਰਮਾਤਮਾ ਦੁਬਦਾ 'ਚ ਕਿਵੇਂ ਹੋ ਸਕਦਾ? ਦੁਬਦਾ ਛੱਡਣੀ ਪੈਂਦੀ ਹੈ। ਦੋ ਵਿਧਾ ਕੀ ਹੈ? ਦੋ ਵਿਧਾ, ਦੋ ਵਿਧੀਆਂ ਹੋਣੀਆਂ। ਕਰਾਂ ਕਿ ਨਾ ਕਰਾਂ, ਇਹ ਹੈ ਦੁਬਦਾ। ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਦੁਬਦਾ ਹੋਵੇ, ਉਹ ਕੰਮ ਸਫਲ ਨਹੀਂ ਹੁੰਦਾ, ਨੇਪਰੇ ਨਹੀਂ ਚੜ੍ਹਦਾ। ਜਦੋਂ ਤੱਕ ਕਲੀਅਰ ਨਾ ਹੋ ਜਾਏ ਮੈਂ ਕਰਨਾ ਕੀ ਹੈ। ਜਦੋਂ ਤੱਕ ਦੁਬਦਾ ਹੈ, ਨਿਤਨੇਮ ਕਰੀਏ ਕਿ ਨਾ ਕਰੀਏ, ਗੁਰੂ ਘਰ ਅੱਜ ਜਾਈਏ ਕਿ ਰਹਿਣ ਦੇਈਏ। ਤੁਸੀਂ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਵੇਖੋ ਕਿ ਜਿਸ ਦਿਨ ਤੁਹਾਡਾ ਮਨ ਕਰੇ ਵੀ ਅੱਜ ਨਹੀਂ ਜਾਂਦੇ ਗੁਰਦੁਆਰੇ, ਜਾਈਏ ਕਿ ਨਾ ਜਾਈਏ, ਦੋ ਪ੍ਰਕਾਰ ਦੀ ਵਿਧਾ ਹੋਵੇ। ਤੁਸੀਂ ਅਗਰ ਇੱਕ ਨੂੰ ਗ੍ਰਹਿਣ ਕਰਕੇ ਚੱਲ ਕੇ ਆ ਜਾਂਦੇ, ਉਸ ਦਿਨ ਦੁੱਗਣਾ ਸਵਾਦ ਆਵੇਗਾ ਗੁਰੂ ਘਰ ਵਿੱਚ।
ਨਿਤਨੇਮ ਕਰਨ ਵੇਲੇ ਜਾਂ ਗੁਰਬਾਣੀ ਪੜਨ ਵੇਲੇ ਮਨ 'ਚ ਪਹਿਲਾਂ ਦੁਬਿਧਾ ਹੋਵੇ, ਕਰ ਲਵਾਂ ਕਿ ਜਾਂ ਰਹਿਣ ਦਿਆਂ ਹਾਲੇ, ਤੁਸੀਂ ਲੱਗ ਜਾਓ, ਦੁੱਗਣਾ ਰਸ ਆਵੇਗਾ। ਦੁਬਿਧਾ ਭਗਤੀ ਨਹੀਂ ਕਰਨ ਦਿੰਦੀ, ਦੁਬਿਧਾ ਬੰਦਗੀ ਨਹੀਂ ਕਰਨ ਦਿੰਦੀ, ਦੁਬਿਧਾ ਰੱਬ ਦੇ ਮਾਰਗ ਤੇ ਚੱਲਣ ਨਹੀਂ ਦਿੰਦੀ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਅਚਰਜ ਹੈ ਕਿ ਦੁਬਿਧਾ ਨੂੰ ਮਾਰ ਕੇ ਹਰੀ ਮਨ 'ਚ ਵਸਦਾ ਹੈ। ਨਾਮ ਅਮੋਲਕ ਨਾ ਪਾਇਆ ਜਾਏ। ਪਰਮੇਸ਼ਰ ਦਾ ਨਾਮ ਅਮੋਲਕ ਹੈ। ਜੇ ਤੁਸੀਂ ਕੋਈ ਮੁੱਲ ਤਾਰ ਕੇ ਲੈਣਾ ਚਾਹੋ ਨਹੀਂ ਲੈ ਸਕਦੇ, ਕਿ ਮੈਂ ਕੋਈ ਮੁੱਲ ਦਿਆਂ, ਕੋਈ ਪੈਸਾ ਦੇ ਕੇ ਪਰਮੇਸ਼ਰ ਦੇ ਸਮੂਲਕ ਨਾਮ ਨੂੰ ਖਰੀਦਣਾ ਚਾਹਾਂ ਤਾਂ ਨਹੀਂ ਖਰੀਦ ਸਕਦਾ, ਕਿਉਂਕਿ ਇਹ ਅਮੋਲਕ ਹੈ। ਹਾਂਜੀ, ਗੁਰ ਪ੍ਰਸਾਦ ਵਸੈ ਮਨ ਆਏ। ਇਹਨੂੰ ਪ੍ਰਾਪਤ ਕਰਨ ਦਾ ਇੱਕੋ ਤਰੀਕਾ ਹੈ ਗੁਰੂ ਦੀ ਕਿਰਪਾ। ਪੈਸਾ ਦੇ ਕੇ, ਮੁੱਲ ਦੇ ਕੇ ਨਹੀਂ ਖਰੀਦਿਆ ਜਾ ਸਕਦਾ, ਪਰ ਗੁਰੂ ਦੀ ਕਿਰਪਾ ਨਾਲ ਹਿਰਦੇ 'ਚ ਆ ਕੇ ਵਸਦਾ। ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਹੀ ਇਹ ਮਨ ਵਿੱਚ ਆ ਕੇ ਵਸਦਾ ਹੈ। ਸਭ ਮਹਿ ਵਸੈ ਪ੍ਰਭ ਏਕੋ ਸੋਏ। ਉਹ ਪ੍ਰਭੂ ਇੱਕੋ ਹੈ ਔਰ ਸਾਰਿਆਂ ਵਿੱਚ ਵਸਦਾ ਹੈ, ਸਰਬ ਥਾਈਂ ਵਸਦਾ ਹੈ। ਸਭੈ ਘਟ ਰਾਮ ਬੋਲੇ, ਸਾਰਿਆਂ 'ਚ ਵਸਦਾ ਹੈ ਔਰ ਇੱਕੋ ਹੈ। ਇਹ ਨਹੀਂ ਕਿ ਮੇਰੇ ਵਿੱਚ ਵੱਖਰਾ, ਤੁਹਾਡੇ 'ਚ ਵੱਖਰਾ। ਵੈਸੇ ਦੁਨੀਆ ਦੇ ਵਿੱਚ ਜਿਹੜੇ ਭਾਰਤ ਖੰਡ 'ਚ ਆਪਾਂ ਰਹਿੰਦੇ ਆ, ਬਹੁਤ ਸਾਰੇ ਗ੍ਰੰਥ ਨੇ ਇੱਥੇ, ਬਹੁਤ ਸਾਰੇ ਸ਼ਾਸਤਰ ਨੇ। ਕੁਝ ਕਾਂ ਦਾ ਮੰਨਣਾ ਵੀ ਮੇਰੇ 'ਚ ਜਿਹੜਾ ਰੱਬ ਹੈ ਵੱਖਰਾ, ਤੁਹਾਡੇ 'ਚ ਵੱਖਰਾ। ਜਿੰਨੇ ਬੰਦੇ ਉਨੇ ਹੀ ਰੱਬ। ਪਰ ਗੁਰਮਤਿ ਕਹਿੰਦੀ ਹੈ ਜਿਤਨੇ ਵੀ ਵਿਅਕਤੀ ਨੇ ਸਭ ਵਿੱਚ ਇੱਕੋ ਹੀ ਪ੍ਰਮਾਤਮਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਹਾਂਜੀ, ਗੁਰਮਤੀ ਘਟ ਪ੍ਰਗਟ ਹੋਏ। ਜਿਹੜੇ ਗੁਰਮਤੀਏ ਹਨ, ਗੁਰੂ ਕੀ ਮੱਤ ਲੈਣ ਵਾਲੇ, ਉਹਨਾਂ ਦੇ ਘਟ ਵਿੱਚ, ਉਹਨਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਪ੍ਰਗਟ ਹੁੰਦਾ ਹੈ। ਸਹਜੇ ਜਿਨ ਪ੍ਰਭ ਜਾਣ ਪਛਾਣਿਆ। ਸਹਜੇ ਸੁਤੇ ਸਿੱਧ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਾਣਿਆ, ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨੂੰ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਦਾ ਹੈ, ਉਹਨਾਂ ਦਾ ਮਨ ਮੰਨ ਜਾਂਦਾ ਹੈ। ਉਹਦਾ ਨਹੀਂ ਇਹ ਮੰਨਦਾ, ਖਬਰੇ ਰੱਬ ਹੈ ਕਿ ਨਹੀਂ, ਪਰ ਨਾਮ ਮਿਲੇ ਤੇ ਮੰਨ ਜਾਂਦਾ ਵੀ ਹਾਂ ਹੈ, ਕਿਉਂਕਿ ਨਾਮ ਦੁਆਰਾ ਪ੍ਰਗਟ ਹੋ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦੁਆਰਾ ਹੀ ਇਹ ਮਨ ਮੰਨਦਾ ਹੈ।